ਸਤਿ ਸ਼੍ਰੀ ਅਕਾਲ ਦੋਸਤੋ, ਗਿਆਨ ਸਾਗਰ ਦੇ ਅਗਲੇ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਮੈਂ ਹਰਦੇਵ ਕਮਲ ਤੇ ਮੇਰੇ ਨਾਲ ਅੱਜ ਫੇਰ ਸਟੂਡੀਓ 'ਚ ਮਹਿਮਾਨ ਨੇ ਸ਼੍ਰੀ ਹਰਦੀਪ ਸਿੰਘ ਵਿਰਕ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਕਮਲ ਜੀ, ਤੁਹਾਡਾ ਤੇ ਸਮੂਹ ਦਰਸ਼ਕਾਂ ਦਾ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਦੋਸਤੋ, ਪਿਛਲੇ ਐਪੀਸੋਡ 'ਚ ਆਪਾਂ ਗੱਲ ਕੀਤੀ ਕਿ ਜਿਹੜੀ ਸੰਸਾਰ ਦੀ ਉਤਪੱਤੀ ਕਿਵੇਂ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਇਹਨਾਂ ਨੇ ਵਿਸ਼ਲੇਸ਼ਣ ਕੀਤਾ ਕਿ ਸੰਸਾਰ ਦੀ ਉਤਪੱਤੀ ਇਸ ਤਰੀਕੇ ਦੇ ਨਾਲ ਹੋਈ। ਤੇ ਅੱਜ ਦੇ ਐਪੀਸੋਡ 'ਚ ਆਪਾਂ ਗੱਲ ਕਰਾਂਗੇ ਆਤਮਾ ਅਤੇ ਪਰਮਾਤਮਾ ਦੀ। ਤਾਂ ਹਰਦੀਪ ਸਿੰਘ ਜੀ, ਤੁਸੀਂ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਆਤਮਾ ਕੀ ਹੈ? ਹਾਂਜੀ, ਪਰਮਾਤਮਾ ਦਾ ਆਪਾਂ ਪਿਛਲੇ ਵਾਰੀ ਸਮਝ ਲਿਆ ਸੀ ਜੀ। ਹੁਣ ਸਭ ਤੋਂ ਪਹਿਲਾਂ ਆਪਾਂ ਪਰਮਾਤਮਾ ਸਮਝਦੇ ਹਾਂ। ਗੁਰਬਾਣੀ ਦੇ ਮੁਤਾਬਕ ਜਿਹੜਾ ਪਰਮਾਤਮਾ ਹੈ ਉਹ ਜੋਤ ਸਰੂਪ ਤੇ ਪ੍ਰਕਾਸ਼ ਰੂਪ ਹੈ ਜੀ। ਉਸ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤੇ ਜਦੋਂ ਉਹ ਆਕਾਰ ਦੇ ਵਿੱਚ ਆ ਜਾਂਦਾ ਹੈ ਉਹੀ ਨਿਰਾ ਆਕਾਰ ਤੋਂ ਆਕਾਰ ਦੇ ਵਿੱਚ ਜਦੋਂ ਆਉਂਦਾ ਹੈ ਤੇ ਉਦੋਂ ਜਿਸ ਵੀ ਆਕਾਰ ਦੇ ਵਿੱਚ ਆ ਕੇ ਉਸਨੇ ਵਸਣਾ ਹੁੰਦਾ ਹੈ ਤੇ ਉਹ ਆਤਮਾ ਦੇ ਰੂਪ ਵਿੱਚ ਵਸਦਾ ਹੈ ਜੀ। ਤੇ ਜਿਹੜੀ ਉਹ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਵੰਸ਼ ਹੈ, ਭਾਵ ਕਿ ਉਸ ਦਾ ਬੱਚਾ ਕਹਿ ਸਕਦੇ ਹਾਂ। ਜਿਵੇਂ ਹੁਣ ਆਪਾਂ ਬੈਠੇ ਹਾਂ, ਤੁਹਾਡੇ ਅੰਦਰ ਵੀ ਉਹੀ ਆਤਮਾ ਹੈ ਤੇ ਮੇਰੇ ਅੰਦਰ ਵੀ ਉਹੀ ਆਤਮਾ ਹੈ। ਹੁਣ ਜਿਵੇਂ ਪਰਮਾਤਮਾ ਦਾ ਆਪ ਦਾ ਕੋਈ ਜੋਤ ਰੰਗ ਰੂਪ ਰੇਖ ਭੇਖ ਨਹੀਂ, ਜੋਤ ਸਰੂਪ ਤੇ ਪ੍ਰਕਾਸ਼ ਰੂਪ ਸਾਡੇ ਅੰਦਰ ਤੇ ਬਾਹਰ ਮੌਜੂਦ ਹੈ, ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ ਉਹਦਾ ਵੀ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਸ ਦਾ ਵੀ ਕੋਈ ਚੱਕਰ ਚਿੰਨ੍ਹ ਨਹੀਂ, ਉਸ ਦੀ ਕੋਈ ਜਾਤ ਪਾਤ ਨਹੀਂ। ਤੇ ਹੁਣ ਉਹ ਜਿਹੜੀ ਆਤਮਾ ਹੈ, ਜਿਵੇਂ ਪਰਮਾਤਮਾ ਆਪ ਜੋਤ ਸਰੂਪ ਤੇ ਪ੍ਰਕਾਸ਼ ਰੂਪ ਹੈ, ਸੇਮ ਉਸੇ ਤਰ੍ਹਾਂ ਸਾਡੀ ਆਤਮਾ ਹੈ। ਤੇ ਹੁਣ ਉਹ ਸਾਡੇ ਅੰਦਰ ਵਸਦੀ ਕਿਵੇਂ ਹੈ ਉਹਦਾ ਮਹਾਰਾਜ ਨੇ ਹਵਾਲਾ ਦਿੱਤਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਤਾਰਾ ਟੁੱਟਦਾ ਜਦੋਂ ਰਾਤ ਨੂੰ ਤੇ ਉਹਦੇ ਪਿੱਛੇ ਇੱਕ ਲਾਈਟ ਛੱਡਦਾ ਜਾਂਦਾ, ਉਹ ਪਿੱਛੇ ਪ੍ਰਕਾਸ਼ ਨਿਕਲਦਾ ਜਾਂਦਾ ਜੀ। ਇਸੇ ਤਰ੍ਹਾਂ ਸਾਡੇ ਵਿੱਚ ਆਤਮਾ ਦਾ ਪ੍ਰਵੇਸ਼ ਕੀਤਾ ਹੋਇਆ ਹੈ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਹਨ ਜੀ। ਤਾਰਾ ਚੜ੍ਹਿਆ ਲੰਮਾ, ਕਿਉ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ। ਤੇ ਉਹ ਆਤਮਾ ਦੇ ਰੂਪ ਵਿੱਚ ਸਾਡੇ ਅੰਦਰ ਮੌਜੂਦ ਹੈ ਜੀ। ਹਾਂਜੀ। ਤਾਂ ਆਤਮਾ ਦਾ ਤੁਸੀਂ ਇੱਕ ਆਰੰਭਿਕ ਗਿਆਨ ਦਿੱਤਾ ਕਿ ਅਸਲ 'ਚ ਆਤਮਾ ਹੈ ਕੀ। ਹਾਂਜੀ। ਤਾਂ ਆਤਮਾ ਦੀ ਉਤਪੱਤੀ ਆਪਾਂ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਕਿ ਪਰਮਾਤਮਾ ਦੀ ਜਦੋਂ ਸੰਸਾਰ ਬਣਾਇਆ, ਸੰਸਾਰ ਦੀ ਉਤਪੱਤੀ ਹੋਈ ਤਾਂ ਉਸ ਤੋਂ ਬਾਅਦ ਹੀ ਹੋਈ ਹੈ। ਹਾਂਜੀ। ਤਾਂ ਇਹ ਆਤਮਾ ਇੱਕ ਮਨੁੱਖੀ ਸਰੀਰ ਦੇ ਵਿੱਚ ਜਦੋਂ ਹੁੰਦੀ ਹੈ ਉਦੋਂ ਉਸ ਦਾ ਕੀ ਰੂਪ ਹੁੰਦਾ ਹੈ, ਅਤੇ ਜਦੋਂ ਗੱਲ ਕੀਤੀ ਜਾਂਦੀ ਹੈ ਮਨੁੱਖੀ ਸਰੀਰ ਤੋਂ ਇਲਾਵਾ ਕਿਸੇ ਦੂਸਰੇ ਜੀਵ ਜੰਤੂ ਦੇ ਸਰੀਰ ਦੇ ਵਿੱਚ, ਹਾਂਜੀ, ਤਾਂ ਉਹਦੇ ਵਿੱਚ ਕੀ ਡਿਫਰੈਂਸ ਹੈ? ਹਾਂਜੀ, ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਇੱਕ ਉਦਾਹਰਨ ਲੈ ਲੈਂਦੇ ਹਾਂ। ਹੂੰ। ਜਿਵੇਂ ਹੁਣ ਆਪਾਂ ਇਸ ਕਮਰੇ ਦੇ ਵਿੱਚ ਬੈਠੇ ਹਾਂ, ਤੁਹਾਡੇ ਸਟੂਡੀਓ ਦੇ ਵਿੱਚ, ਤੇ ਇਹਦੇ ਵਿੱਚ ਆ ਸਾਰੇ ਤੁਹਾਡੇ ਜਿਹੜੇ ਪੱਖੇ ਚੱਲ ਰਹੇ ਨੇ, ਲਾਈਟ ਚੱਲ ਰਹੀ ਹੈ, ਆਪਣਾ ਮੋਬਾਈਲ ਚੱਲ ਰਿਹਾ, ਆ ਮਾਈਕ ਲੱਗੇ ਨੇ, ਸਾਰਾ ਲਾਈਟ ਨਾਲ ਚੱਲ ਰਿਹਾ। ਹੁਣ ਉਹ ਲਾਈਟ ਇੱਕੋ ਹੀ ਹੈ ਤੇ ਅੱਗੇ ਉਹ ਲਾਈਟ ਵੱਖ-ਵੱਖ ਯੰਤਰਾਂ ਦੇ ਵਿੱਚ ਜਾ ਰਹੀ ਹੈ। ਤੇ ਜਦੋਂ ਉਹ ਪੱਖੇ ਦੇ ਰੂਪ ਵਿੱਚ ਆ ਕੇ ਚੱਲਦੀ, ਆਪਾਂ ਕਹਿੰਦੇ ਨੇ ਪੱਖਾ ਚੱਲ ਪਿਆ। ਤੇ ਜਦੋਂ ਆਪਾਂ ਬਲਬ ਜਗਾਉਂਦੇ ਹਾਂ ਤੇ ਉਹਨੂੰ ਕਹਿੰਦੇ ਬਲਬ ਜਗਾ ਦਿੱਤਾ। ਇਸੇ ਤਰ੍ਹਾਂ ਆਪਣੇ ਹੋਰ ਸਾਧਨ ਚੱਲਦੇ ਨੇ। ਹੁਣ ਜਿਹੜੀ ਆਤਮਾ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਹੀ ਇੱਕ ਸਾਰ ਹੈ, ਇੱਕ ਸਮਾਨ ਹੈ। ਮਨੁੱਖ ਦੇ ਸਰੀਰ ਵਿੱਚ ਵੀ, ਦਰਖਤਾਂ ਦੇ ਸਰੀਰ ਵਿੱਚ ਵੀ, ਕੀੜੇ ਮਕੌੜੇ ਜੀਵ ਜੰਤੂ ਜਿੰਨੀ ਵੀ 84 ਲੱਖ ਜੂਨ ਪੈਦਾ ਕੀਤੀ ਹੈ ਮਹਾਰਾਜ ਨੇ, ਉਹਨਾਂ ਸਾਰਿਆਂ ਦੇ ਵਿੱਚ ਆਤਮਾ ਦਾ ਰੋਲ ਉਹੀ ਹੈ, ਇੱਕੋ ਹੀ। ਆਤਮਾ ਨਹੀਂ ਬਦਲਦੀ, ਆਤਮਾ ਨਹੀਂ ਬਦਲਦੀ। ਆਤਮਾ ਤਾਂ ਇਸ ਸਰੀਰ ਦੀ, ਇਸ ਪਿੰਡ ਦੀ ਮੁਖੀ ਹੈ, ਉਸ ਨੂੰ ਮੁਖੀ ਬਣਾਇਆ ਗਿਆ। ਉਹ ਗੱਲ ਵੱਖਰੀ ਹੈ ਕਿ ਅਸੀਂ ਭੁੱਲ ਗਏ। ਹੁਣ ਅੱਗੇ ਜਿਹੜਾ ਤੁਸੀਂ ਕਿਹਾ ਵੀ ਕੀ ਇਹ ਆਤਮਾ ਜਦੋਂ ਮਨੁੱਖ ਸਰੀਰ ਤੋਂ ਅਸੀਂ ਦੂਸਰੇ ਪਾਸੇ ਜਾਂਦੇ ਹਾਂ ਵੀ ਕੀ ਉਹ ਆਤਮਾ ਬਦਲਦੀ ਹੈ? ਆਤਮਾ ਉਹੀ ਰਹਿੰਦੀ ਹੈ। ਮਨ ਹੈ ਜਿਹੜਾ ਸਾਡਾ, ਜਿਹੜੀ ਜੋਤ ਜਿਹਨੂੰ ਖਿਡਾਰੀ ਬਣਾਇਆ ਗਿਆ, ਜਿਹਦਾ ਅਸਲ ਖੇਲ ਹੈ, ਉਹ ਮਨ ਆਪ ਦਾ ਰੂਪ ਬਦਲਦਾ ਹੈਗਾ। ਹੁਣ ਨਾ ਤਾਂ ਪਰਮਾਤਮਾ ਮੈਲਾ ਹੁੰਦਾ ਹੈ, ਉਸ ਨੂੰ ਮੈਲ ਨਹੀਂ ਲੱਗਦੀ, ਉਹ ਬਿਲਕੁਲ ਲੋਭੀ ਲਾਲਚੀ ਨਹੀਂ। ਤੇ ਜਿਹੜੀ ਸਾਡੀ ਆਤਮਾ ਹੈ ਸਾਰਿਆਂ ਦੇ ਅੰਦਰ, ਉਹ ਵੀ ਕੋਈ ਲੋਭੀ ਨਹੀਂ, ਕੋਈ ਲਾਲਚੀ ਨਹੀਂ, ਉਸ ਨੂੰ ਵੀ ਕੋਈ ਮੈਲ ਨਹੀਂ ਲੱਗਦੀ। ਤੇ ਆਤਮਾ ਸਭ ਦੇ ਅੰਦਰ ਮੌਜੂਦ ਹੈ, ਸਾਧੂਆਂ ਦੇ ਅੰਦਰ, ਸੰਤਾਂ ਦੇ ਅੰਦਰ, ਗੁਰੂ ਪੀਰਾਂ ਗਿਆਨੀਆਂ ਬ੍ਰਹਮ ਗਿਆਨੀ ਦੇ ਅੰਦਰ, ਚੋਰਾਂ ਠੱਗਾਂ ਦੇ ਅੰਦਰ ਵੀ ਮੌਜੂਦ ਹੈ। ਪਰਮਾਤਮਾ ਵੀ ਮੌਜੂਦ ਹੈ ਤੇ ਆਤਮਾ ਵੀ ਮੌਜੂਦ ਹੈ। ਤੇ ਦੂਸਰੀ ਗੱਲ, ਜਦੋਂ ਵੀ ਅਸੀਂ ਕੋਈ ਚੰਗੇ ਕਰਮ ਕਰਦੇ ਹਾਂ ਸੰਸਾਰ ਦੇ ਵਿੱਚ, ਉਹ ਆਤਮਾ ਦੀ ਨਿਗਰਾਨੀ ਹੇਠ ਹੀ ਕਰਦੇ ਹਾਂ।
ਤੇ ਅੱਗੇ ਆਪਾਂ ਜਦੋਂ ਮਾੜੇ ਕਰਮ ਕਰਦੇ ਆ, ਉਹ ਅੱਜ ਆਪਣਾ ਵਿਸ਼ਾ ਨਹੀਂ, ਉਹ ਜਦੋਂ ਵਿਸ਼ਾ ਆਏਗਾ ਉਦੋਂ ਦੱਸ ਦਿਆਂਗੇ। ਉਹ ਆਪਾਂ ਪੰਜਾਂ ਦੇ ਅਧੀਨ ਰਹਿ ਕੇ ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ, ਜਿਨ੍ਹਾਂ ਦੀ ਡਿਊਟੀ ਲਈ ਹੈ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਬਦੀ ਫੈਲਾਉਣੀ ਹੈ, ਉਹ ਸਾਡੇ ਤੋਂ ਮਾੜੇ ਕਰਮ ਕਰਾਉਂਦੇ ਨੇ। ਤੇ ਹੁਣ ਜਿਹੜਾ ਦੂਜੇ ਸਰੀਰ ਚੋਂ ਦੂਜੇ ਸਰੀਰ ਦੇ ਵਿੱਚ ਜਾਣਾ, ਇਹ ਸਾਡੇ ਧਿਆਨ ਤੇ ਡਿਪੈਂਡ ਕਰਦਾ ਹੈ ਵੀ ਸਾਡਾ ਅਖੀਰਲੇ ਸਮੇਂ ਤੇ ਧਿਆਨ ਕਿੱਥੇ ਹੈ, ਸੰਸਾਰ 'ਚ ਰਹਿੰਦਿਆਂ ਸਾਡਾ ਧਿਆਨ ਕਿੱਥੇ ਹੈ। ਜਿੱਧਰ ਨੂੰ ਸਾਡਾ ਧਿਆਨ ਹੈ ਉਧਰ ਨੂੰ ਅੱਗੇ ਜੀਵ ਨੂੰ ਤੋਰ ਦਿੱਤਾ ਜਾਂਦਾ ਹੈਗਾ। ਜਿਵੇਂ ਮੰਨ ਲਓ ਸਪੋਜ਼ ਕਰੋ, ਰਾਤ ਨੂੰ ਅਸੀਂ ਜਦੋਂ ਸੌਂਦੇ ਹਾਂ ਤੇ ਉਹ ਜਿਹੋ ਜਿਹੇ ਸਾਡੇ ਖਿਆਲ ਹੁੰਦੇ ਨੇ, ਜਿਹੋ ਜਿਹਾ ਸਾਡਾ ਕਾਰੋਬਾਰ ਹੁੰਦਾ ਹੈ, ਉਹੋ ਜਿਹੇ ਸਾਨੂੰ ਸੁਪਨੇ ਆਉਂਦੇ ਨੇ। ਹੁਣ ਤੁਸੀਂ ਕਦੀ ਆਰਮੀ 'ਚ ਡਿਊਟੀ ਨਹੀਂ ਕੀਤੀ ਤੇ ਮੈਨੂੰ ਨਹੀਂ ਲੱਗਦਾ ਕਦੀ ਤੁਹਾਨੂੰ ਆਰਮੀ ਦਾ ਸੁਪਨਾ ਆਇਆ ਹੋ। ਕਿਆ ਹੈ? ਨਹੀਂ ਹੈ ਨਾ। ਤੇ ਮੈਂ ਆਰਮੀ 'ਚ ਡਿਊਟੀ ਕਰਕੇ ਆਇਆ ਤੇ ਮੈਨੂੰ ਆਰਮੀ ਦੇ ਸੁਪਨੇ ਹਜੇ ਵੀ ਆਉਂਦੇ ਨੇ, ਕਿਉਂਕਿ ਮੈਂ ਉੱਥੋਂ ਦਾ ਦੇਖਿਆ ਹੈ। ਤੁਸੀਂ ਜੋ ਕਿੱਤਾ ਕਰਦੇ ਹੋ ਤੁਹਾਨੂੰ ਉਸ ਕਿੱਤੇ ਦੇ ਸੁਪਨੇ ਆਉਣਗੇ। ਤੇ ਹੁਣ ਜਿਹੜਾ ਸਾਡਾ ਮਨ ਹੈ, ਜਿਹੜੇ ਜੋਤ ਹੈ, ਉਹ ਮਨ ਆਕਾਰ ਬਦਲਦਾ ਹੈ। ਮਹਾਰਾਜ ਕੀ ਸਮਝਾਉਂਦੇ? ਜੋਤ ਊਹਾਂ, ਜੋਤ ਮਨ ਦੀ ਵੀ ਹੋਈ ਹੈ। ਪਰਮਾਤਮਾ, ਆਤਮਾ ਤੇ ਮਨ, ਤਿੰਨੇ ਜੋਤ ਸਰੂਪ ਨੇ, ਲੇਕਿਨ ਇਹ ਦੋਨੇ ਮੈਲੇ ਨਹੀਂ ਹੁੰਦੇ, ਨਾ ਪਰਮਾਤਮਾ ਨਾ ਆਤਮਾ। ਇਹ ਮਨ ਹੈ ਜਿਹੜਾ ਖਿਡਾਰੀ, ਇਹ ਮੈਲਾ ਹੁੰਦਾ ਹੈ ਤੇ ਇਹਦੀ ਜੋਤ ਬਦਲਦੀ ਹੈ। ਮਹਾਰਾਜ ਕੀ ਸਮਝਾਉਂਦੇ? ਜੋਤ ਊਹਾਂ ਜੁਗਤ ਸਾਇੰਸ ਹੈ, ਕਾਇਆ ਫਿਰ ਪਲਟੀ ਹੈ। ਸੌਰੀ, ਮਾਫ ਕਰਨਾ, ਜੋਤ ਨਹੀਂ ਬਦਲਦੀ, ਜੋਤ ਉਹੀ ਰਹਿੰਦੀ ਹੈ, ਕਾਇਆ ਦੇ ਆਕਾਰ ਬਦਲਦੇ ਨੇ। ਉਹ ਫਿਰ ਸਾਡੇ ਧਿਆਨ ਤੇ ਡਿਪੈਂਡ ਕਰਦਾ ਹੈ ਵੀ ਸਾਡਾ ਧਿਆਨ ਕਿੱਥੇ ਸੀ। ਉਹ ਫਿਰ ਜਿੱਧਰ ਨੂੰ ਸਾਡਾ ਧਿਆਨ ਚਲਾ ਜਾਂਦਾ ਹੈ ਉਧਰ ਨੂੰ ਅੱਗੇ ਉਸ ਆਕਾਰ ਦੇ ਵਿੱਚ ਭੇਜ ਦਿੱਤਾ ਜਾਂਦਾ। ਉਹਦੇ ਹਵਾਲੇ ਵੀ ਦਿੱਤੇ ਨੇ, ਉਹ ਫਿਰ ਆਪਾਂ ਅੱਗੇ ਵਿਚਾਰ ਕਰਾਂਗੇ। ਤੇ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਆਤਮਾ ਔਰ ਮਨ, ਹਾਂਜੀ, ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ, ਇੱਕ ਨਹੀਂ ਹੈ। ਹਾਂਜੀ, ਅਲੱਗ-ਅਲੱਗ ਨੇ। ਆਤਮਾ ਮਨ ਦੋਨੋਂ ਅਲੱਗ-ਅਲੱਗ ਨੇ। ਇਹਨੂੰ ਅਗਰ ਇਸੇ ਇੱਕ ਡੈਫੀਨੇਸ਼ਨ ਦੇਣੀ ਹੋਵੇ ਤਾਂ ਉਹ ਫਰਕ ਕਿੱਥੇ ਹੈ ਫਿਰ? ਉਹ ਫਰਕ ਇੱਥੇ ਹੈ, ਦੇਖੋ, ਜਿੰਨੀ ਦੇਰ ਤੱਕ ਆਪਾਂ ਜਿਉਂਦੇ ਹਾਂ ਅਸੀਂ ਓਨੀ ਦੇਰ ਤੱਕ ਜਿੰਦਾ ਰਹਿੰਦੇ ਹਾਂ ਜਿੰਨੀ ਦੇਰ ਤੱਕ ਸਾਡੇ ਅੰਦਰ ਆਤਮਾ ਹੈ। ਆਤਮਾ ਕਦੀ ਵੀ ਇਸ ਸਰੀਰ ਨੂੰ ਖਾਲੀ ਨਹੀਂ ਕਰਦੀ। ਜਿੰਨੀ ਦੇਰ ਤੱਕ ਸਾਨੂੰ ਸਵਾਸ ਆ ਰਹੇ ਨੇ ਉਦੋਂ ਤੱਕ, ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਤੱਕ, ਆਤਮਾ ਹਰ ਟਾਈਮ ਦਿਨੇ ਰਾਤ 24 ਘੰਟੇ ਇਹਦੇ ਵਿੱਚ ਮੌਜੂਦ ਰਹਿੰਦੀ ਹੈ। ਤੇ ਜਿਹੜਾ ਮਨ ਹੈ ਖਿਡਾਰੀ, ਜਿਹਨੂੰ ਰੋਲ ਮਿਲਿਆ ਤੇ ਜਿਹਨੇ ਜਾ ਕੇ ਲੇਖਾ ਜੋਖਾ ਤੇ ਹਿਸਾਬ ਕਿਤਾਬ ਦੇਣਾ ਹੈ, ਉਹ ਇਸ ਸਰੀਰ ਦੇ ਵਿੱਚ ਆਉਂਦਾ ਤੇ ਜਾਂਦਾ ਹੈ। ਹੁਣ ਉਹ ਕਿੱਥੋਂ ਅਸੀਂ ਫਰਕ ਚੈੱਕ ਕਰੀਏ ਵੀ ਮਨ ਆਉਂਦਾ ਤੇ ਜਾਂਦਾ? ਆਪਾਂ ਨੂੰ ਤਾਂ ਪਤਾ ਨਹੀਂ ਲੱਗਦਾ। ਹੁਣ ਜਦੋਂ ਅਸੀਂ ਸੁਬਾਹ ਜਾਗ ਜਾਂਦੇ ਹਾਂ ਉਦੋਂ ਸਾਡਾ ਮਨ ਇਸ ਸਰੀਰ ਦੇ ਵਿੱਚ ਆ ਜਾਂਦਾ ਹੈ। ਖਿਡਾਰੀ ਜਾਨੀ ਕਿ ਇਸ ਗਰਾਊਂਡ ਦੇ ਵਿੱਚ ਆ ਗਿਆ ਤੇ ਉਹ ਇਸ ਗਰਾਊਂਡ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਇਸ ਜੋਤ ਦਾ ਇਸਤੇਮਾਲ ਕਰਦਾ ਹੈ, ਨੇਤਰਾਂ ਦਾ। ਇੱਥੇ ਆ ਕੇ ਮਨ ਬੈਠਦਾ ਹੈ। ਹੁਣ ਦੇਖੋ, ਤੁਹਾਡੇ ਨੇਤਰ ਤੇ ਮੇਰੇ ਨੇਤਰ, ਜਿੱਥੇ ਸਾਡੀ ਆ ਕਾਲੀ ਧੀਰੀ ਹੈ ਜਿਹਦੇ ਵਿੱਚ ਆਪਾਂ ਨੂੰ ਇੱਕ ਦੂਸਰੇ ਦੀ ਤਸਵੀਰ ਦਿਸ ਰਹੀ ਹੈ, ਇਹ ਮਨ ਦਾ ਸਥਾਨ ਹੈ। ਮਹਾਰਾਜ ਕੀ ਸਮਝਾਉਂਦੇ? ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਤੇ ਇੱਥੇ ਆ ਕੇ ਮਨ ਬੈਠਦਾ ਹੈ ਤੇ ਉਦੋਂ ਫਿਰ ਜਦੋਂ ਮਨ ਇਸ ਸਰੀਰ ਦੇ ਵਿੱਚ ਆ ਕੇ ਰਲਦਾ ਹੈ, ਪੌਣ ਦੇ ਵਿੱਚ ਆ ਕੇ ਰਲਦਾ, ਸਵਾਸ ਦੇ ਵਿੱਚ, ਜਿਉਂ ਹੀ ਉਹ ਸਵਾਸ ਦੇ ਵਿੱਚ ਆ ਕੇ ਰਲਦਾ ਹੈ ਫਿਰ ਸਾਡੀਆਂ ਆ ਗਿਆਨ ਇੰਦਰੀਆਂ, ਆ ਕਰਮ ਇੰਦਰੀਆਂ ਕਰਮ ਸ਼ੁਰੂ ਕਰ ਦਿੰਦੀਆਂ ਨੇ, ਜਿਸ ਨੂੰ ਮਹਾਰਾਜ ਸਮਝਾਉਂਦੇ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਭਵਨ ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਤੇ ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਤੇ ਉਦੋਂ ਸਾਨੂੰ ਕੋਈ ਗਿਆਨ ਨਹੀਂ। ਹੁਣ ਆਪਾਂ ਇੱਥੇ ਗੱਲਾਂ ਬਾਤਾਂ ਕਰੀ ਜਾਂਦੇ ਹਾਂ, ਵਿਚਾਰਾਂ ਕਰੀ ਜਾਂਦੇ ਹਾਂ। ਜਦੋਂ ਆਪਾਂ ਰਾਤ ਨੂੰ ਸੌਂ ਗਏ ਆਪਾਂ ਨੂੰ ਕੋਈ ਪਤਾ ਨਹੀਂ, ਨਾ ਅਸੀਂ ਆਪਦੇ ਆਪ ਨੂੰ ਜਾਣਦੇ ਹਾਂ, ਨਾ ਪਰਿਵਾਰ ਨੂੰ ਜਾਣਦੇ ਹਾਂ, ਨਾ ਸੰਸਾਰ ਨੂੰ ਜਾਣਦੇ ਹਾਂ, ਨਾ ਅਸੀਂ ਕਿਸੇ ਕਾਰੋਬਾਰ ਨੂੰ ਜਾਣਦੇ ਹਾਂ, ਨਾ ਅਸੀਂ ਆਪਦੇ ਸਰੀਰ ਨੂੰ ਜਾਣਦੇ ਹਾਂ। ਤੇ ਉਦੋਂ ਸਾਡਾ ਮਨ ਜਿਉਂ ਹੀ ਪੌਣ ਸਮ ਹੁੰਦੀ ਹੈ ਤੇ ਇਸ ਦੇਹ ਨੂੰ ਛੱਡ ਕੇ ਉਹ ਵਾਪਸ ਚਲਾ ਜਾਂਦਾ ਆਪਦੇ ਘਰ ਦਰਗਾਹ ਦੇ ਵਿੱਚ। ਉਹ ਗੱਲ ਵੱਖਰੀ ਕਿ ਉੱਧਰ ਦਾ ਇਸ ਨੂੰ ਭੇਤ ਨਹੀਂ। ਉਦੋਂ ਮਹਾਰਾਜ ਸਮਝਾਉਂਦੇ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇੱਥੇ ਆਪਾਂ ਇਹ ਕਹਿ ਲਈਏ ਵੀ ਦਿਨੇ ਮਨ ਇਸ ਸਰੀਰ ਦੇ ਵਿੱਚ ਆਉਂਦਾ ਹੈ ਜਦੋਂ ਆਪਾਂ ਜਾਗਦੇ ਹਾਂ, ਜਦੋਂ ਆਪਾਂ ਸੌਂ ਜਾਂਦੇ ਹਾਂ ਰਾਤ ਨੂੰ ਉਦੋਂ ਇਹ ਵਾਪਸ ਚਲਾ ਜਾਂਦਾ ਹੈ। ਮਹਾਰਾਜ ਸਮਝਾਉਂਦੇ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਜੀ। ਤੇ ਅੱਛਾ, ਆਤਮਾ ਸਰੀਰ ਦੇ ਵਿੱਚ ਹੈਗੀ ਹੈ ਤਾਂ ਹੀ ਮਨ ਹੈਗਾ? ਬਿਲਕੁਲ। ਆਤਮਾ ਨਿਕਲ ਜਾਂਦੀ ਹੈ ਤਾਂ ਮਨ ਵੀ ਨਿਕਲ ਜਾਂਦਾ ਹੈ। ਹਾਂਜੀ। ਆਤਮਾ ਦਾ ਸੰਬੰਧ, ਮਨ ਦਾ ਸੰਬੰਧ ਆਤਮਾ ਨਾਲ ਹੀ ਹੈ। ਹਾਂਜੀ, ਆਤਮਾ ਨਾਲ ਮਨ ਦਾ ਜਿਹੜਾ ਸੰਬੰਧ ਹੈ ਉਹ ਆਤਮਾ ਦੇ ਨਾਲ ਹੈ, ਅੱਗੇ ਪਰਮਾਤਮਾ ਦੇ ਨਾਲ ਹੈ। ਲੇਕਿਨ ਇੱਥੇ ਪ੍ਰੋਬਲਮ ਇਹ ਹੈ ਕਿ ਸਾਨੂੰ ਨਾ ਤਾਂ ਆਤਮਾ ਦਾ ਭੇਤ ਰਿਹਾ, ਨਾ ਪਰਮਾਤਮਾ ਦਾ ਭੇਤ ਰਿਹਾ, ਤੇ ਨਾ ਮਨ ਦਾ ਭੇਤ ਰਿਹਾ, ਨਾ ਜੋਤ ਦਾ ਭੇਤ ਰਿਹਾ। ਉਦੋਂ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਕਹਿੰਦੇ ਭੁੱਲ ਗਏ। ਉਦੋਂ ਸਾਨੂੰ ਸੁੱਤਾ ਗਿਆ ਗੁਰਬਾਣੀ ਦੇ ਵਿੱਚ, ਸੁੱਤੇ ਦਾ ਬੜਾ ਜ਼ਿਕਰ ਆਉਂਦਾ ਵੀ ਮਨ ਕਿਵੇਂ ਸੌਂਦਾ ਹੈ। ਉਦੋਂ ਸਾਡਾ ਮਨ ਇੱਥੇ ਸੰਸਾਰ ਦੇ ਵਿੱਚ ਆ ਕੇ ਸੌਂ ਜਾਂਦਾ ਹੈਗਾ। ਤੇ ਇੱਥੇ ਫਿਰ ਸਾਨੂੰ ਬਾਬਾ ਕਬੀਰ ਜੀ ਨੇ ਸਮਝਾਇਆ, ਕਹਿੰਦੇ ਤੁਸੀਂ ਖੋਜ ਕਰੋ ਵੀ ਤੁਸੀਂ ਇਸ ਸਰੀਰ ਦੇ ਵਿੱਚ ਸੁਬਾਹ ਆ ਜਾਂਦੇ ਹੋ ਜਦੋਂ ਹਰਕਤ ਕਰਦਾ, ਸ਼ਾਮ ਨੂੰ ਚਲੇ ਜਾਂਦੇ ਹੋ। ਤੇ ਕਹਿੰਦੇ ਦੀ ਖੋਜ ਕਰੋ, ਇਸ ਤਨ ਕੋ ਕੋਈ ਖੋਜੋ ਭਾਈ,
ਤਨ ਛੂਟੇ ਮਨ ਕਹਾਂ ਸਮਾਈ। ਕਹਿੰਦੇ ਹੁਣ ਤੁਸੀਂ ਰੋਜ਼ ਦੀ ਰੋਜ਼ ਇਸ ਤਨ ਨੂੰ ਛੱਡ ਜਾਂਦੇ ਹੋ 8-10 ਘੰਟਿਆਂ ਵਾਸਤੇ ਤੇ ਭੁੱਲ ਜਾਂਦੇ ਹੋ ਪਿੱਛੇ, ਤੇ ਇੱਕ ਦਿਨ ਸਦੀਵੀ ਛੱਡ ਜਾਓਗੇ। ਜਦੋਂ ਕਹਿੰਦੇ ਸਦੀਵੀ ਛੱਡੋਗੇ, ਜੇ ਤੁਹਾਨੂੰ ਪਤਾ ਨਾ ਹੋਇਆ ਤਾਂ ਫਿਰ ਕਿੱਥੇ ਜਾਓਗੇ। ਇਹ ਹੈ ਵਿਸ਼ਾ ਫਿਰ ਅੱਗੇ ਗੁਰਮਤ ਦਾ, ਅਧਿਆਤਮਕ ਦਾ, ਖੋਜ ਦਾ। ਜੀ ਚਲੋ ਅੱਜ ਆਤਮਾ ਦੀ ਗੱਲ ਹੋ ਰਹੀ, ਆਤਮਾ ਤੇ ਹੀ ਗੱਲ ਕਰਾਂਗੇ। ਅੱਛਾ, ਆਤਮਾ ਤੁਸੀਂ ਦੱਸਿਆ ਕਿ ਜਿਹੜੀ ਹੈ ਇਹ ਮਨ ਤੋਂ ਅਲੱਗ ਹੈ ਚੀਜ਼, ਤੇ ਹੁਣ ਜੇ ਆਪਾਂ ਇਹ ਕਹਿ ਲਈਏ ਕਿ ਜਿਹੜੀ ਇਸ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੈ ਜਾਂ ਮਨ ਹੈ? ਹਾਂਜੀ, ਅਸਲ ਦੇ ਵਿੱਚ ਤਾਂ ਦੇਖੋ, ਜੇ ਇਸ ਸਰੀਰ ਦੇ ਵਿੱਚ ਆਤਮਾ ਹੋਏਗੀ ਤੇ ਫੇਰ ਹੀ ਚੱਲੇਗਾ। ਸਰੀਰ ਨੂੰ ਅਸਲ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੈ, ਇਹਦੇ ਪਿੱਛੇ ਮੂਲ ਰੂਪ ਦੇ ਵਿੱਚ ਤਾਂ ਪਰਮਾਤਮਾ ਹੈ। ਜਿਵੇਂ ਪੱਖੇ ਚੱਲ ਰਹੇ ਨੇ, ਕੂਲਰ ਚੱਲ ਰਹੇ ਨੇ, ਲੇਕਿਨ ਪਿੱਛੋਂ ਬਿਜਲੀ ਤਾਂ ਇਸ ਨੂੰ ਗ੍ਰਿਡ ਦੇ ਵਿੱਚ ਹੀ ਆ ਰਹੀ ਹੈ। ਕਿਤੇ ਨਾ ਕਿਤੇ ਗ੍ਰਿਡ ਬਣਿਆ ਜਿੱਥੋਂ ਬਿਜਲੀ ਪੈਦਾ ਹੋਈ ਹੈ, ਜਿੱਥੋਂ ਬਿਜਲੀ ਦਾ ਜਨਮ ਹੋਇਆ ਤੇ ਫਿਰ ਅੱਗੇ ਸਪਲਾਈ ਕੀਤੀ ਹੈ। ਅਸਲ ਦੇ ਵਿੱਚ ਇਸ ਸਰੀਰ ਨੂੰ ਚਲਾਉਣ ਵਾਲਾ ਪਰਮਾਤਮਾ ਆਪ ਹੈ, ਉਹਦੇ ਦੁਆਰਾ ਚੱਲਦਾ ਹੈ। ਜਾਣੀ ਕਿ ਆਤਮਾ ਜਿਹੜਾ ਹੈ ਪਰਮਾਤਮਾ ਦਾ ਹੀ ਸਰੂਪ ਹੈ, ਜਿਸ ਤਰ੍ਹਾਂ ਕਿਹਾ ਜਾਂਦਾ। ਹਾਂਜੀ। ਅੱਛਾ, ਤੇ ਇੱਕ ਗੱਲ ਹੋਰ ਦੱਸੋ ਕਿ ਆਤਮਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਦੇ ਮਰਦੀ ਨਹੀਂ। ਹਾਂਜੀ। ਸਰੀਰ ਮਰ ਜਾਂਦੇ ਨੇ, ਸਰੀਰ ਚਲੇ, ਆਤਮਾ ਨਹੀਂ ਮਰਦੀ। ਹਾਂਜੀ, ਆਤਮਾ ਦਾ ਦੱਸਿਆ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ, ਤੇ ਮਨ ਦਾ ਦੱਸਿਆ। ਹੁਣ ਇਹਦੇ 'ਚ ਕੀ ਦੱਸਿਆ ਹੈ ਮਹਾਰਾਜ ਸਾਨੂੰ ਸਮਝਾ ਰਹੇ ਨੇ ਗੁਰਬਾਣੀ ਦੁਆਰਾ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਜਿਹੜਾ ਤੁਸੀਂ ਸਵਾਲ ਕੀਤਾ, ਉਹਦਾ ਆਨਸਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੰਕਤੀ ਦੇ ਵਿੱਚ ਦੇ ਦਿੱਤਾ ਵੀ ਬੰਦਾ ਆਇਆ ਸੀ, ਭਾਵ ਕਿ ਮਨ ਆਇਆ ਸੀ ਸੰਸਾਰ ਦੇ ਵਿੱਚ ਖੇਲ ਖੇਲਣ ਵਾਸਤੇ, ਤੇ ਜਦੋਂ ਉਹਦੀ ਮੌਤ ਹੋ ਗਈ, ਅਸੀਂ ਆਖਿਆ ਕਿ ਖਤਮ ਹੋ ਗਿਆ, ਮਰ ਗਿਆ, ਤੇ ਉਹ ਦੱਸ ਰਹੇ ਨੇ ਵੀ ਤੁਸੀਂ ਰੋ ਨਾ, ਇਹ ਤਾਂ ਮਿੱਟੀ ਸੀ, ਮਿੱਟੀ ਤਾਂ ਇੱਥੇ ਹੀ ਰਹਿਣੀ ਸੀ। ਤੇ ਇਹਦੇ ਵਿੱਚ ਜਿਹੜਾ ਵੱਸਦਾ ਸੀਗਾ ਉਹ ਇਸ ਨੂੰ ਛੱਡ ਕੇ ਵਾਪਸ ਚਲਾ ਗਿਆ ਹੈ, ਤੇ ਉਹਦਾ ਓਨੀ ਦੇਰ ਤੱਕ ਛੁਟਕਾਰਾ ਨਹੀਂ ਹੋ ਸਕਦਾ ਮਨ ਦਾ, ਜਿੰਨੀ ਦੇਰ ਤੱਕ ਉਹ ਪਰਮਾਤਮਾ ਦੇ ਵਿੱਚ ਸਮਾ ਨਹੀਂ ਜਾਂਦਾ। ਓਨੀ ਦੇਰ ਤੱਕ ਉਸ ਨੂੰ ਸਫ਼ਰ ਕਰਨਾ ਪਏਗਾ ਲਗਾਤਾਰ। ਉਹਦੇ ਵਾਸਤੇ ਫਿਰ 84 ਲੱਖ ਜੂਨ ਬਣਾਈ ਹੈ, ਤੇ 84 ਲੱਖ ਜੂਨ ਦੇ ਵਿੱਚ ਆਕਾਸ਼ ਲੋਕ ਹੈ, ਭੂਮ ਲੋਕ ਹੈ, ਪਤਾਲ ਲੋਕ ਹੈ, ਦੇਵ ਲੋਕ ਹੈ, ਤੇ ਓਨੀ ਦੇਰ ਤੱਕ ਸਾਨੂੰ ਉਹ ਸਫ਼ਰ ਕਰਨਾ ਪਏਗਾ। ਤੇ ਜਦੋਂ ਸਾਡਾ ਮਨ ਉਸ ਨਾਮ ਦੇ ਨਾਲ ਜੁੜ ਗਿਆ, ਪਰਮਾਤਮਾ ਦੇ ਨਾਲ ਜੁੜ ਗਿਆ, ਉਸੇ ਨਾਮ ਨੂੰ ਸ਼ਬਦ ਵੀ ਕਿਹਾ, ਤੇ ਫਿਰ ਇਸ ਦਾ ਠਹਿਰਾਵਾ ਹੈ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਹਨ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਨਹੀਂ ਤਾਂ ਫਿਰ ਜਨਮ ਤੇ ਜਨਮ ਸਫ਼ਰ 'ਤੇ ਚੱਲਣਾ ਪਏਗਾ ਮਨ ਨੂੰ। ਜੀ, ਯਾਨੀ ਕਿ ਆਤਮਾ ਜਿਹੜੀ ਹੈ ਇਹ ਨਹੀਂ ਮਰਦੀ, ਸਰੀਰ ਮਰ ਜਾਂਦੇ ਨੇ। ਆਤਮਾ ਅਤੇ ਮਨ ਦੋ ਡਿਫਰੈਂਟ ਚੀਜ਼ਾਂ ਨੇ। ਤੇ ਅੱਜ ਦੋਸਤੋ ਗੱਲਾਂ ਅਸੀਂ ਕੀਤੀਆਂ ਆਤਮਾ ਦੇ ਬਾਰੇ। ਅਗਲੇ ਐਪੀਸੋਡ 'ਚ ਆਤਮਾ ਅਤੇ ਪਰਮਾਤਮਾ ਦੀ ਗੱਲ ਕਰਾਂਗੇ। ਫਿਲਹਾਲ ਅੱਜ ਸਾਡੀ ਵੀਡੀਓ 'ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੇ ਵੀਡੀਓ 'ਚ। ਹਰਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਲਈ।